ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਫਲਸਫੇ ਜ਼ਿੰਦਗੀ ਦੇ ਚੈਨਲ 'ਤੇ। ਹਾਜ਼ਰ ਹਾਂ ਜੀ ਨਵੀਂ ਕਹਾਣੀ ਦੇ ਨਾਲ। ਮੈਂ ਉਹਨਾਂ ਬਦਨਾਮ ਗਲੀਆਂ ਦੀ ਵੇਸਵਾ ਸੀ ਜਿੱਥੋਂ ਦਾ ਰਿਵਾਜ ਸੀ ਜੋ ਵੇਸਵਾ ਪ੍ਰੈਗਨੈਂਟ ਹੁੰਦੀ ਹੈ ਉਸ ਨੂੰ ਪੂਰੇ 9 ਮਹੀਨੇ ਕੈਦ ਕਰਕੇ ਰੱਖਿਆ ਜਾਂਦਾ ਹੈ। ਜੇ ਉਹ ਬੇਟਾ ਪੈਦਾ ਕਰਦੀ ਹੈ ਤਾਂ ਉਸ ਨੂੰ ਆਜ਼ਾਦ ਕਰ ਦਿੱਤਾ ਜਾਂਦਾ ਹੈ, ਅਤੇ ਜੇ ਉਹ ਬੇਟੀ ਪੈਦਾ ਕਰ ਦੇਵੇ ਤਾਂ ਉਹਨਾਂ ਦੋਨਾਂ ਨੂੰ ਮਾਰ ਦਿੰਦੇ ਆ। ਮੈਂ ਜਦੋਂ ਪ੍ਰੈਗਨੈਂਟ ਹੋਈ ਤਾਂ ਇੱਕ ਔਰਤ ਮੇਰੇ ਕੋਲ ਆਈ ਅਤੇ ਕਹਿੰਦੀ ਕਿ ਤੂੰ ਗਲਤੀ ਨਾਲ ਵੀ ਬੇਟਾ ਪੈਦਾ ਨਾ ਹੋਣ ਦੇਣਾ, ਇਹ ਲੋਕ ਤੈਨੂੰ ਆਜ਼ਾਦ ਕਰ ਦੇਣਗੇ। ਮੈਂ ਹੈਰਾਨ ਸੀ ਉਹ ਔਰਤ ਇਸ ਤਰ੍ਹਾਂ ਕਿਉਂ ਕਹਿ ਰਹੀ ਸੀ। ਜਦੋਂ ਮੈਂ ਬੇਟਾ ਪੈਦਾ ਕੀਤਾ ਤਾਂ ਆਜ਼ਾਦ ਹੁੰਦੇ ਹੀ ਮੇਰੀ ਚੀਕ ਨਿਕਲ ਗਈ, ਕਿਉਂਕਿ ਜਦੋਂ ਮੈਂ ਹੋਸ਼ ਸੰਭਾਲਿਆ ਤਾਂ ਆਪਣੇ ਆਪ ਨੂੰ ਉਹਨਾਂ ਗਲੀਆਂ ਵਿੱਚ ਪਾਇਆ ਜਿੱਥੋਂ ਦੇ ਬਾਰੇ ਲੋਕ, ਸ਼ਰੀਫ ਤੇ ਇੱਜ਼ਤਦਾਰ ਲੋਕ ਗੱਲ ਕਰਨਾ ਵੀ ਪਸੰਦ ਨਹੀਂ ਕਰਦੇ ਸੀ। ਮੇਰਾ ਅਸਲੀ ਨਾਮ ਕੀ ਸੀ ਮੈਨੂੰ ਇਹ ਵੀ ਤੱਕ ਨਹੀਂ ਪਤਾ ਸੀ। ਹਰ ਕੋਈ ਮੈਨੂੰ ਆਪਣੇ ਮਨਪਸੰਦ ਨਾਮ ਨਾਲ ਹੀ ਬੁਲਾਉਂਦਾ ਸੀ। ਕੋਠੇ ਦੀ ਮਾਲਕਣ ਮੈਨੂੰ ਕਿਸੇ ਹੋਰ ਨਾਮ ਨਾਲ ਬੁਲਾਉਂਦੀ ਸੀ। ਉੱਥੇ ਕੰਮ ਕਰਨ ਵਾਲੀਆਂ ਕੁੜੀਆਂ ਮੈਨੂੰ ਕਿਸੇ ਹੋਰ ਨਾਮ ਨਾਲ ਬੁਲਾਉਂਦੀਆਂ ਸੀ, ਜਦੋਂ ਕਿ ਉੱਥੇ ਆਉਣ ਵਾਲੇ ਮਰਦ ਮੈਨੂੰ ਆਪਣੀ ਮਰਜ਼ੀ ਦੇ ਨਾਵਾਂ ਨਾਲ ਬੁਲਾਉਂਦੇ ਸੀ। ਮੈਂ ਬਚਪਨ ਤੋਂ ਹੀ ਨੱਚਣਾ ਸਿੱਖ ਲਿਆ ਸੀ, ਅਤੇ ਇਸ ਲਈ ਜਦੋਂ ਮੈਂ 13-14 ਸਾਲ ਦੀ ਸੀ ਉਦੋਂ ਤੋਂ ਮੈਂ ਰਾਤ ਨੂੰ ਮਹਿਫਲ ਵਿੱਚ ਨੱਚਣ ਲੱਗੀ। ਪਤਾ ਨਹੀਂ ਕਿੰਨੇ ਹੀ ਲੋਕ ਮੇਰੇ ਮੁਜਰੇ ਦੇ ਦੀਵਾਨੇ ਸੀ। ਇੱਕ ਤਾਂ ਇਹ ਸੀ ਕਿ ਮੇਰੀ ਉਮਰ ਘੱਟ ਸੀ ਅਤੇ ਕੁਝ ਮੇਰੇ ਵਿੱਚ ਲਚਕ ਵੀ ਬਹੁਤ ਜ਼ਿਆਦਾ ਸੀ, ਅਤੇ ਇਸ ਤਰ੍ਹਾਂ ਮੈਂ ਇੱਕ ਮੁਜਰੇ ਵਾਲੀ ਬਣਦੀ ਚਲੀ ਗਈ। ਸਮਾਂ ਬੀਤਦਾ ਜਾ ਰਿਹਾ ਸੀ ਅਤੇ ਇਸ ਦੇ ਨਾਲ ਮੇਰੀ ਖੂਬਸੂਰਤੀ ਦੇ ਵੀ ਚਰਚੇ ਹੋਣ ਲੱਗੇ। ਮੈਂ ਦੇਖਿਆ ਸੀ ਕਿ ਜਿਸ ਕੋਠੇ 'ਤੇ ਮੈਂ ਕੰਮ ਕਰਦੀ ਸੀ ਉੱਥੇ ਦੀਆਂ ਕੁੜੀਆਂ ਅਗਵਾ ਕਰਕੇ ਲਿਆਂਦੀਆਂ ਜਾਂਦੀਆਂ ਸੀ, ਜਾਂ ਕੁਝ ਉਹਨਾਂ ਦੇ ਪਿਓ, ਭਰਾ ਜਾਂ ਉਹਨਾਂ ਦੇ ਬॉयਫ੍ਰੈਂਡ ਉੱਥੇ ਵੇਚ ਜਾਂਦੇ ਸੀ, ਅਤੇ ਫਿਰ ਕੁੜੀਆਂ ਨੂੰ ਵੇਸਵਾ ਬਣਾ ਦਿੱਤਾ ਜਾਂਦਾ ਸੀ। ਮੈਂ 1-2 ਵਾਰ ਕੋਠੇ ਦੀ ਮਾਲਕਣ ਤੋਂ ਪੁੱਛਿਆ ਵੀ ਕਿ ਮੈਂ ਕਿੱਥੋਂ ਆਈ ਹਾਂ, ਪਰ ਉਸਨੇ ਮੈਨੂੰ ਕੁਝ ਨਹੀਂ ਦੱਸਿਆ, ਅਤੇ ਮੈਨੂੰ ਵੀ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਸੀ, ਕਿਉਂਕਿ ਮੇਰੀ ਪਹਿਚਾਣ ਹੁਣ ਇਹੀ ਸੀ ਕਿ ਮੈਂ ਇੱਕ ਵੇਸਵਾ ਹਾਂ, ਅਤੇ ਬਸ ਇਸ ਤੋਂ ਜ਼ਿਆਦਾ ਮੇਰੀ ਕੋਈ ਹੋਰ ਪਹਿਚਾਣ ਨਹੀਂ ਹੈ। ਰਾਤ ਭਰ ਦੇ ਲਈ ਮੈਂ ਇੱਜ਼ਤਦਾਰ ਲੜਕੀ ਬਣ ਜਾਂਦੀ ਸੀ, ਜਿਸ ਦੇ ਕੋਲ ਆਉਣ ਵਾਲਾ ਹਰ ਮਰਦ ਉਸ ਨੂੰ ਪੂਜਦਾ ਸੀ ਅਤੇ ਉਸ ਦੀ ਇੱਜ਼ਤ ਕਰਦਾ ਸੀ। ਪਰ ਪੂਰੇ ਦਿਨ ਦੀ ਰੋਸ਼ਨੀ ਵਿੱਚ ਜੇ ਉਹਨਾਂ ਬੰਦਿਆਂ ਦੇ ਸਾਹਮਣੇ ਮੈਂ ਜਾਂਦੀ ਤਾਂ ਨਫ਼ਰਤ ਨਾਲ ਮੂੰਹ ਫੇਰ ਕੇ ਲੰਘ ਜਾਂਦੇ, ਅਤੇ ਇਸ ਹਕੀਕਤ ਤੋਂ ਤਾਂ ਮੈਂ ਬਚਪਨ ਤੋਂ ਹੀ ਸਮਝੌਤਾ ਕਰ ਲਿਆ ਸੀ ਕਿ ਸਾਡੇ ਵਰਗੀਆਂ ਔਰਤਾਂ ਨੂੰ ਸਿਰਫ ਰਾਤ ਦੇ ਹਨੇਰੇ ਵਿੱਚ ਹੀ ਇੱਜ਼ਤ ਮਿਲਦੀ ਹੈ, ਅਤੇ ਜਿਸ ਨੇ ਬਚਪਨ ਤੋਂ ਹੀ ਇੱਜ਼ਤ ਨਾ ਦੇਖੀ ਹੋਵੇ, ਪਿਆਰ ਨਾ ਦੇਖਿਆ ਹੋਵੇ, ਉਸ ਨੂੰ ਇਸ ਦੀ ਕੀ ਪਰਵਾਹ। ਇਸ ਲਈ ਸਾਨੂੰ ਰਾਤ ਦੇ ਹਨੇਰੇ ਵਿੱਚ ਮਿਲਣ ਵਾਲੀ ਇਹ ਇੱਜ਼ਤ ਲੱਗਦੀ ਸੀ, ਅਤੇ ਉਹ ਵਾਲਾ ਪਿਆਰ ਹੀ ਪਿਆਰ ਲੱਗਦਾ ਸੀ। ਇਸ ਤਰ੍ਹਾਂ ਹੀ ਸਾਲ ਗੁਜ਼ਰਦੇ ਰਹੇ, ਅਤੇ ਹੁਣ ਮੈਂ ਵੇਸਵਾ ਬਣ ਚੁੱਕੀ ਸੀ। ਸਾਡੀ ਪੂਰੀ ਗਲੀ ਵਿੱਚ ਕਾਨੂੰਨ ਸੀ ਕਿ ਜਦੋਂ ਕੋਈ ਵੀ ਕੁੜੀ ਪ੍ਰੈਗਨੈਂਟ ਹੁੰਦੀ ਹੈ ਉਸ ਨੂੰ 9 ਮਹੀਨੇ ਦੇ ਲਈ ਕਮਰੇ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ। ਇਹ ਨਹੀਂ ਸੀ ਕਿ ਉਹ ਬਾਹਰ ਨਹੀਂ ਨਿਕਲ ਸਕਦੀ ਸੀ, ਜੇ ਕੋਈ ਜ਼ਰੂਰਤ ਹੋਵੇ ਤਾਂ ਬਾਹਰ ਨਿਕਲਦੀ ਵੀ ਸੀ, ਪਰ ਇਸ ਤੋਂ ਜ਼ਿਆਦਾ ਉਹ ਕਮਰੇ ਤੋਂ ਬਾਹਰ ਨਹੀਂ ਆ ਸਕਦੀ ਸੀ। ਅਤੇ ਫਿਰ ਜੇ ਉਹ ਵੇਸਵਾ ਬੇਟੀ ਪੈਦਾ ਕਰਦੀ ਤਾਂ ਉਹਨਾਂ ਦੋਨਾਂ ਨੂੰ ਮਾਰ ਦਿੱਤਾ ਜਾਂਦਾ ਸੀ, ਅਤੇ ਜੇ ਉਹ ਬੇਟਾ ਪੈਦਾ ਕਰਦੀ ਤਾਂ ਉਹ ਵੇਸਵਾ ਨੂੰ ਬੇਟੇ ਦੇ ਨਾਲ ਉਸੇ ਵਕਤ ਉਸ ਗਲੀ ਵਿੱਚੋਂ ਕੱਢ ਦਿੱਤਾ ਜਾਂਦਾ ਸੀ। ਮੈਨੂੰ ਹਮੇਸ਼ਾ ਤੋਂ ਹੀ ਇਹ ਕਾਨੂੰਨ ਬਹੁਤ ਅਜੀਬ ਲੱਗਦਾ ਸੀ ਕਿ ਭਲਾ ਬੇਟੀ ਪੈਦਾ ਹੋਣ 'ਤੇ ਇਹ ਦੋਨਾਂ ਨੂੰ ਮਾਰ ਕਿਉਂ ਦਿੰਦੇ ਆ। ਬੇਟੀ ਹੋਣਾ ਤਾਂ ਇਸ ਧੰਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਕਰਦਾ ਹੈ, ਕਿਉਂਕਿ ਉਹੀ ਕੁੜੀ ਅਗਲੇ 15-16 ਸਾਲ ਬੀਤਣ ਦੇ ਬਾਅਦ ਪੈਸੇ ਕਮਾਉਣ ਦਾ ਇੱਕ ਜ਼ਰੀਆ ਬਣ ਜਾਂਦੀ ਹੈ। ਬਲਕਿ ਬੇਟਾ ਪੈਦਾ ਹੋਣ 'ਤੇ ਉਹ ਤਾਂ ਪਹਿਲਾਂ ਵਾਲੀ ਵੇਸਵਾ ਤੋਂ ਵੀ ਹੱਥ ਧੋ ਬੈਠਦੇ ਆ, ਅਤੇ ਬੇਟੇ ਦੇ ਨਾਲ ਉਸ ਨੂੰ ਵੀ ਕੱਢ ਦਿੰਦੇ ਆ। ਜਦੋਂ ਕਿ ਮੈਨੂੰ ਤਾਂ ਇਹ ਗੱਲ ਸਮਝ ਨਹੀਂ ਆਉਂਦੀ ਸੀ ਤਾਂ ਮੇਰੇ ਤੋਂ ਵੱਡੀਆਂ ਜ਼ਿਆਦਾ ਉਮਰ ਦੀਆਂ ਔਰਤਾਂ ਵੀ ਉੱਥੇ ਸੀ। ਜੇ ਉਹਨਾਂ ਤੋਂ ਪੁੱਛਦੀ ਤਾਂ ਉਹ ਕਹਿੰਦੀਆਂ ਕਿ ਇਸ ਕਾਨੂੰਨ ਨੂੰ ਅਸੀਂ ਨਹੀਂ ਬਣਾਇਆ, ਪਰ ਅਸੀਂ ਇਸ ਨੂੰ ਤੋੜ ਵੀ ਨਹੀਂ ਸਕਦੀਆਂ।
ਇਹ ਕਾਨੂੰਨ ਇਸ ਤਰ੍ਹਾਂ ਹੀ ਚੱਲ ਰਿਹਾ ਹੈ। ਬਸ ਤੂੰ ਬਚ ਕੇ ਰਹਿਣਾ, ਕਿਤੇ ਪ੍ਰੈਗਨੈਂਟ ਨਾ ਹੋ ਜਾਣਾ। ਪਰ ਹੋਣੀ ਨੂੰ ਕੌਣ ਟਾਲ ਸਕਦਾ ਹੈ। ਮੈਂ 19 ਸਾਲ ਦੀ ਸੀ ਜਦੋਂ ਮੈਂ ਪ੍ਰੈਗਨੈਂਟ ਹੋ ਗਈ ਤੇ ਫਿਰ ਕਾਨੂੰਨ ਦੇ ਮੁਤਾਬਕ ਸਾਡੇ ਹੀ ਕੋਠੇ ਵਿੱਚ ਮੈਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਮੈਨੂੰ ਜ਼ਰੂਰਤ ਦੇ ਤਹਿਤ ਬਾਹਰ ਨਿਕਲਣ ਦੀ ਇਜਾਜ਼ਤ ਸੀ, ਪਰ ਬਗੈਰ ਜ਼ਰੂਰਤ ਦੇ ਕਮਰੇ ਵਿੱਚੋਂ ਮੈਂ ਨਹੀਂ ਨਿਕਲ ਸਕਦੀ ਸੀ ਤੇ ਘਰ ਵਿੱਚੋਂ ਤਾਂ ਬਿਲਕੁਲ ਵੀ ਨਹੀਂ ਨਿਕਲਣ ਦਿੱਤਾ ਜਾਂਦਾ ਸੀ। ਮੈਂ ਬਸ ਕਦੇ-ਕਦੇ ਥੋੜ੍ਹੀ ਦੇਰ ਲਈ ਕਮਰੇ ਤੋਂ ਬਾਹਰ ਜਾ ਕੇ ਘੁੰਮ ਫਿਰ ਆਉਂਦੀ ਸੀ, ਕਿਉਂਕਿ ਮੈਨੂੰ ਖਾਣਾ ਕਮਰੇ ਵਿੱਚ ਹੀ ਦਿੱਤਾ ਜਾਂਦਾ ਸੀ ਤੇ ਕਮਰੇ ਦੇ ਨਾਲ ਹੀ ਬਾਥਰੂਮ ਅਟੈਚ ਸੀ। ਇਹ ਨਹੀਂ ਸੀ ਕਿ ਮੇਰੇ ਕੋਲ ਕਿਸੇ ਨੂੰ ਆਉਣ ਦੀ ਇਜਾਜ਼ਤ ਨਹੀਂ ਸੀ। ਕੋਠੇ 'ਤੇ ਮੌਜੂਦ ਕੁੜੀਆਂ ਜਾਂ ਕੋਈ ਵੀ ਮੇਰੇ ਕਮਰੇ ਵਿੱਚ ਆ ਸਕਦਾ ਸੀ, ਪਰ ਮੈਂ ਬਾਹਰ ਨਹੀਂ ਜਾ ਸਕਦੀ ਸੀ। ਇਸ ਲਈ ਅਕਸਰ ਉੱਥੇ ਮੌਜੂਦ ਕੁੜੀਆਂ ਮੇਰੇ ਕਮਰੇ ਵਿੱਚ ਆ ਕੇ ਬੈਠ ਜਾਂਦੀਆਂ ਤੇ ਮੇਰੇ ਨਾਲ ਗੱਲਾਂ ਬਾਤਾਂ ਕਰਦੀਆਂ ਰਹਿੰਦੀਆਂ, ਕਿਉਂਕਿ ਮੇਰੀ ਸਾਰਿਆਂ ਨਾਲ ਬਹੁਤ ਵਧੀਆ ਦੋਸਤੀ ਸੀ, ਕਿਉਂਕਿ ਮੈਂ ਹੋਸ਼ ਹੀ ਇਸ ਜਗ੍ਹਾ 'ਤੇ ਆ ਕੇ ਸੰਭਾਲਿਆ ਸੀ ਤੇ ਇਸ ਵਿੱਚ ਕਿੰਨੀਆਂ ਹੀ ਕੁੜੀਆਂ ਸੀ ਜੋ ਮੇਰੇ ਸਾਹਮਣੇ ਲਿਆਂਦੀਆਂ ਗਈਆਂ ਸੀ ਤੇ ਉਸ ਸਮੇਂ ਮੈਂ ਉਹਨਾਂ ਦਾ ਸਹਾਰਾ ਬਣੀ ਸੀ ਤੇ ਉਹਨਾਂ ਸਾਰੀਆਂ ਨੂੰ ਪਤਾ ਸੀ ਕਿ ਮੇਰੇ ਕੋਲ ਸਮਾਂ ਬਹੁਤ ਘੱਟ ਹੈ। ਜੇ ਤਾਂ ਮੇਰੇ ਕੁੜੀ ਹੋਈ ਤਾਂ ਮੈਨੂੰ ਜਾਨ ਤੋਂ ਮਾਰ ਦਿੱਤਾ ਜਾਏਗਾ ਤੇ ਜੇ ਮੁੰਡਾ ਹੋਇਆ ਤਾਂ ਵੀ ਇੱਥੋਂ ਕੱਢ ਦਿੱਤਾ ਜਾਏਗਾ। ਇਸ ਲਈ ਜੋ ਵੀ ਸਮਾਂ ਇੱਥੇ ਸੀ ਉਹ ਮੇਰੇ ਨਾਲ ਰਹਿਣਾ ਚਾਹੁੰਦੀਆਂ ਸੀ ਤੇ ਇਹ ਸਾਰੀਆਂ ਗੱਲਾਂ ਮੇਰੇ ਦਿਮਾਗ ਵਿੱਚ ਵੀ ਸੀ। ਇਸ ਲਈ ਮੈਂ ਵੀ ਜ਼ਿਆਦਾ ਟਾਈਮ ਉਹਨਾਂ ਦੇ ਨਾਲ ਰਹਿੰਦੀ ਸੀ। ਮੈਨੂੰ ਇੱਥੇ ਰਹਿੰਦੇ ਹੋਏ ਅਜੇ ਕੁਝ ਮਹੀਨੇ ਹੀ ਹੋਏ ਸੀ ਕਿ ਇੱਕ ਦਿਨ ਸਵੇਰ ਦੇ ਸਮੇਂ ਇੱਕ ਔਰਤ ਮੇਰੇ ਕਮਰੇ ਵਿੱਚ ਆਈ, ਕਿਉਂਕਿ ਮੇਰੇ ਕਮਰੇ ਵਿੱਚ ਆਉਣ 'ਤੇ ਕਿਸੇ ਨੂੰ ਪਾਬੰਦੀ ਨਹੀਂ ਸੀ। ਇਸ ਲਈ ਮੇਰੇ ਕਮਰੇ ਦਾ ਦਰਵਾਜ਼ਾ ਹਰ ਵਕਤ ਖੁੱਲ੍ਹਾ ਰਹਿੰਦਾ ਸੀ ਤੇ ਇਹ ਉਹ ਵਕਤ ਹੁੰਦਾ ਸੀ ਜਦੋਂ ਸਾਡੇ ਕੋਠੇ ਦੀਆਂ ਸਾਰੀਆਂ ਔਰਤਾਂ ਆਪਣੇ ਕੰਮਾਂ ਤੋਂ ਫ੍ਰੀ ਹੋ ਕੇ ਆਪਣੇ ਕਮਰਿਆਂ ਵਿੱਚ ਜਾਂਦੀਆਂ ਸੀ ਤੇ ਸਾਰੀ ਰਾਤ ਆਉਣ ਵਾਲੇ ਮਰਦਾਂ ਨੂੰ ਖੁਸ਼ ਕਰਦੀਆਂ ਸੀ ਤੇ ਇਹ ਸਮਾਂ ਵੀ ਬਹੁਤ ਗਹਿਮਾ ਗਹਿਮੀ ਦਾ ਹੁੰਦਾ ਸੀ। ਮਰਦ ਵਾਪਸ ਜਾ ਰਹੇ ਹੁੰਦੇ ਸੀ ਤੇ ਔਰਤਾਂ ਸਾਰੀ ਰਾਤ ਦੀਆਂ ਥੱਕੀਆਂ ਹਾਰੀਆਂ ਆਪਣੇ ਗਹਿਣੇ ਉਤਾਰ ਕੇ ਆਰਾਮ ਕਰਨ ਦਾ ਸੋਚ ਰਹੀਆਂ ਹੁੰਦੀਆਂ ਸੀ। ਉਸ ਸਮੇਂ ਔਰਤ ਦਾ ਮੇਰੇ ਕਮਰੇ ਵਿੱਚ ਆਉਣਾ ਮੇਰੇ ਲਈ ਹੈਰਾਨੀ ਵਾਲੀ ਗੱਲ ਸੀ, ਕਿਉਂਕਿ ਉਹ ਔਰਤ ਸਾਡੇ ਕੋਠੇ ਨਾਲ ਵੀ ਸੰਬੰਧ ਨਹੀਂ ਰੱਖਦੀ ਸੀ। ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਇੱਜ਼ਤਦਾਰ ਔਰਤ ਇਹਨਾਂ ਬਦਨਾਮ ਗਲੀਆਂ ਵਿੱਚ ਜਾਂਦੀਆਂ ਹੀ ਨਹੀਂ ਸੀ ਤੇ ਇੱਧਰ ਮਜਬੂਰੀ ਦੇ ਤਹਿਤ ਜੇ ਆ ਜਾਣ ਤਾਂ ਦਿਨ ਦੀ ਰੋਸ਼ਨੀ ਵਿੱਚ ਆਉਂਦੀਆਂ ਸੀ। ਰਾਤ ਨੂੰ ਤਾਂ ਇੱਥੇ ਆਉਣ ਦੀ ਕਿਸੇ ਵਿੱਚ ਵੀ ਹਿੰਮਤ ਨਹੀਂ ਹੁੰਦੀ ਸੀ। ਜਦੋਂ ਕਿ ਉਹ ਔਰਤ ਉਸੇ ਸਮੇਂ ਇੱਥੇ ਕੀ ਕਰ ਰਹੀ ਸੀ, ਪਰ ਮੈਂ ਜਦੋਂ ਇਸ ਔਰਤ ਤੋਂ ਪੁੱਛਿਆ ਕਿ ਤੂੰ ਕੌਣ ਹੈ ਤੇ ਇੱਥੇ ਕਿਉਂ ਆਈ ਹੈ, ਤਾਂ ਉਸਨੇ ਕਿਹਾ ਕਿ ਤੂੰ ਇਸ ਗੱਲ ਨੂੰ ਛੱਡ ਕਿ ਮੈਂ ਕੌਣ ਹਾਂ ਤੇ ਇੱਥੇ ਕਿਉਂ ਆਈ ਹਾਂ ਤੇ ਕਿਵੇਂ ਆਈ ਹਾਂ। ਤੂੰ ਬਸ ਰੱਬ ਅੱਗੇ ਇਹੀ ਅਰਦਾਸ ਕਰ ਕਿ ਰੱਬ ਤੈਨੂੰ ਬੇਟਾ ਨਾ ਦੇਵੇ। ਜੇ ਤੇਰੇ ਬੇਟਾ ਹੋਇਆ ਤਾਂ ਤੂੰ ਇੱਥੋਂ ਆਜ਼ਾਦ ਕਰ ਦਿੱਤੀ ਜਾਏਗੀ। ਮੈਂ ਕਿਹਾ ਕਿ ਇਹ ਤਾਂ ਚੰਗੀ ਗੱਲ ਹੈ, ਜੇ ਬੇਟਾ ਪੈਦਾ ਹੁੰਦਾ ਹੈ ਤਾਂ ਮੈਂ ਆਜ਼ਾਦ ਕਰ ਦਿੱਤੀ ਜਾਵਾਂਗੀ। ਇਸ ਨਾਲ ਕਮ ਸੇ ਕਮ ਇਹ ਤਾਂ ਹੋਏਗਾ ਕਿ ਮੈਂ ਜ਼ਿੰਦਾ ਰਹਾਂਗੀ ਤੇ ਆਪਣੇ ਬੇਟੇ ਦੀ ਚੰਗੀ ਪਰਵਰਿਸ਼ ਕਰ ਸਕਾਂਗੀ। ਪਰ ਜੇ ਬੇਟੀ ਹੋਈ ਤਾਂ ਮੈਨੂੰ ਤੇ ਮੇਰੀ ਬੇਟੀ ਦੋਨਾਂ ਨੂੰ ਮਾਰ ਦਿੱਤਾ ਜਾਏਗਾ। ਪਰ ਉਹ ਕਿਸੇ ਤਰ੍ਹਾਂ ਵੀ ਮੇਰੀ ਗੱਲ ਮੰਨਣ ਨੂੰ ਤਿਆਰ ਨਹੀਂ ਸੀ। ਉਸਨੇ ਮੈਨੂੰ ਕਿਹਾ ਕਿ ਬਸ ਅਰਦਾਸ ਕਰਕੇ ਤੇਰੇ ਬੇਟਾ ਨਾ ਹੋਵੇ। ਤੇ ਜਿਸ ਤਰ੍ਹਾਂ ਮੂੰਹ ਛੁਪਾ ਕੇ ਚੁੱਪਚਾਪ ਆਈ ਸੀ ਉਹ ਉਵੇਂ ਹੀ ਨਿਕਲ ਕੇ ਕਮਰੇ ਵਿੱਚੋਂ ਬਾਹਰ ਚਲੀ ਗਈ ਤੇ ਉਸ ਵਕਤ ਮੈਨੂੰ ਬਾਹਰ ਨਿਕਲਣਾ ਸਖਤੀ ਨਾਲ ਮਨਾ ਸੀ ਕਿ ਕਿਤੇ ਕਿਸੇ ਆਉਂਦੇ ਜਾਂਦੇ ਮਰਦ ਦੀ ਨਜ਼ਰ ਮੇਰੇ ਤੇ ਨਾ ਪੈ ਜਾਏ। ਇਸ ਲਈ ਮੈਂ ਤਾਂ ਬਾਹਰ ਨਿਕਲ ਨਹੀਂ ਸਕਦੀ ਸੀ, ਇਸ ਲਈ ਚੁੱਪ ਹੋ ਗਈ। ਮੈਨੂੰ ਲੱਗਿਆ ਕਿ ਇਸ ਔਰਤ ਤੋਂ ਮੈਨੂੰ ਪੁੱਛਣਾ ਚਾਹੀਦਾ ਹੈ ਕਿ ਇਹ ਗੱਲ ਕਿਉਂ ਕਹਿ ਰਹੀ ਹੈ, ਜਦੋਂ ਕਿ ਇਸ ਔਰਤ ਨੂੰ ਪਹਿਲਾਂ ਤਾਂ ਮੈਂ ਇੱਥੇ ਨਹੀਂ ਦੇਖਿਆ ਸੀ।
ਮੈਂ ਸਾਲਾਂ ਤੋਂ ਇਸ ਜਗ੍ਹਾ ਤੇ ਰਹਿ ਰਹੀ ਸੀ, ਪਰ ਜਿਸ ਤਰ੍ਹਾਂ ਉਹ ਔਰਤ ਚੁੱਪਚਾਪ ਆਈ ਉਵੇਂ ਹੀ ਚਲੀ ਗਈ, ਜਿਵੇਂ ਕੋਈ ਮੈਂ ਸੁਪਨਾ ਦੇਖਿਆ ਹੋਵੇ। ਇਸ ਲਈ ਮੈਂ ਇਸ ਗੱਲ ਨੂੰ ਭੁੱਲ ਗਈ ਤੇ ਮੈਂ ਕਿਸੇ ਨਾਲ ਵੀ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ। ਪਰ ਕੁਝ ਹੀ ਦਿਨਾਂ ਬਾਅਦ ਉਹ ਔਰਤ ਫਿਰ ਤੋਂ ਰਾਤ ਦੇ ਸਮੇਂ ਮੇਰੇ ਕਮਰੇ ਵਿੱਚ ਆਈ ਤੇ ਉਸਨੇ ਕਿਹਾ ਕਿ ਤੂੰ ਮੇਰੀ ਗੱਲ ਨੂੰ ਸੀਰੀਅਸ ਨਹੀਂ ਲਿਆ। ਤੂੰ ਰੱਬ ਅੱਗੇ ਅਰਦਾਸ ਕਰ ਕਿ ਤੇਰੇ ਬੇਟਾ ਪੈਦਾ ਨਾ ਹੋਵੇ, ਤੇ ਮੈਂ ਤੈਨੂੰ ਵਾਰ-ਵਾਰ ਸਮਝਾ ਰਹੀ ਹਾਂ ਕਿ ਕਿਸੇ ਤਰ੍ਹਾਂ ਬੇਟਾ ਪੈਦਾ ਨਾ ਕਰੀ। ਮੈਨੂੰ ਉਸ ਦੀ ਗੱਲ ਤੇ ਹੈਰਾਨੀ ਹੋਈ ਕਿ ਉਹ ਪਾਗਲ ਹੈ। ਬੇਟਾ ਪੈਦਾ ਕਰਨਾ ਜਾਂ ਬੇਟੀ ਪੈਦਾ ਕਰਨਾ ਇਹ ਮੇਰੇ ਹੱਥ ਵਿੱਚ ਤਾਂ ਨਹੀਂ ਹੈ ਨਾ, ਤੇ ਜੇ ਮੇਰੇ ਹੱਥ ਵਿੱਚ ਹੁੰਦਾ ਤਾਂ ਕੀ ਮੈਂ ਪ੍ਰੈਗਨੈਂਟ ਹੁੰਦੀ, ਜਦੋਂ ਕਿ ਮੈਂ ਇਹ ਵੀ ਨਹੀਂ ਜਾਣਦੀ ਸੀ ਕਿ ਆਉਣ ਵਾਲੇ ਬੱਚੇ ਜਾਂ ਬੱਚੀ ਦਾ ਬਾਪ ਕੌਣ ਹੈ। ਪਰ ਉਹ ਔਰਤ ਬਸ ਇੱਕ ਹੀ ਗੱਲ ਦੀ ਰੱਟ ਲਗਾਏ ਜਾ ਰਹੀ ਸੀ ਕਿ ਬੇਟਾ ਪੈਦਾ ਨਾ ਕਰਨਾ, ਬੇਟਾ ਪੈਦਾ ਨਾ ਕਰਨਾ, ਤੇ ਚੁੱਪਚਾਪ ਨਿਕਲ ਗਈ। ਮੈਂ ਉਸ ਨੂੰ ਬਹੁਤ ਸਵਾਲ ਕੀਤੇ ਕਿ ਉਹ ਕਿੱਥੋਂ ਆਈ ਹੈ, ਕਿਉਂ ਆਈ ਹੈ, ਤੇ ਬੇਟਾ ਪੈਦਾ ਕਰਨ ਦੇ ਨਾਲ ਕੀ ਹੁੰਦਾ ਹੈ, ਪਰ ਉਹ ਮੇਰੀ ਕਿਸੇ ਵੀ ਗੱਲ ਦਾ ਜਵਾਬ ਨਹੀਂ ਦੇ ਰਹੀ ਸੀ। ਮੈਂ ਜਦੋਂ ਉਸ ਔਰਤ ਵੱਲ ਧਿਆਨ ਦਿੱਤਾ ਕਿ ਉਹ ਜੋ ਵੀ ਸੀ ਰਾਤ ਦੇ ਸਮੇਂ ਆਉਂਦੀ ਸੀ, ਤੇ ਇਸ ਦਾ ਮਤਲਬ ਸੀ ਕਿ ਸਾਰੇ ਰਸਤੇ ਉਸ ਨੂੰ ਪਤਾ ਸੀ। ਇਸ ਲਈ ਮੈਨੂੰ ਲੱਗਿਆ ਕਿ ਸ਼ਾਇਦ ਕਦੇ ਉਹ ਵੀ ਇਹਨਾਂ ਗਲੀਆਂ ਵਿੱਚ ਰਹਿੰਦੀ ਰਹੀ ਹੋਏਗੀ, ਇਸ ਲਈ ਉਸ ਨੂੰ ਸਾਰੇ ਰਸਤਿਆਂ ਦਾ ਪਤਾ ਹੈ ਤੇ ਸ਼ਾਇਦ ਉਸ ਦਾ ਬੇਟਾ ਹੋਇਆ ਹੋਏਗਾ, ਇਸ ਲਈ ਉਹ ਇਹਨਾਂ ਗਲੀਆਂ ਤੋਂ ਨਿਕਲ ਗਈ ਹੋਏਗੀ। ਇਹ ਤਾਂ ਚੰਗੀ ਗੱਲ ਹੈ ਨਾ ਕਿ ਉਹ ਬਦਨਾਮ ਗਲੀਆਂ ਤੋਂ ਨਿਕਲ ਗਈ, ਤਾਂ ਫਿਰ ਇਸ ਤਰ੍ਹਾਂ ਕਿਉਂ ਕਹਿ ਰਹੀ ਹੈ? ਹੁਣ ਤਾਂ ਇਹ ਸਿਲਸਿਲਾ ਰੋਜ਼ ਦਾ ਹੀ ਹੋ ਗਿਆ ਸੀ। ਉਹ ਔਰਤ ਹਰ ਤੀਜੇ ਚੌਥੇ ਦਿਨ ਦੇ ਬਾਅਦ ਇਸ ਤਰ੍ਹਾਂ ਹੀ ਰਾਤ ਨੂੰ ਛੁਪ ਕੇ ਮੇਰੇ ਕਮਰੇ ਵਿੱਚ ਆਉਂਦੀ ਤੇ ਇੱਕ ਹੀ ਗੱਲ ਕਰਦੀ ਕਿ ਬੇਟਾ ਪੈਦਾ ਨਾ ਕਰਨਾ, ਤੇ ਜਿਸ ਤਰ੍ਹਾਂ ਚੁੱਪਚਾਪ ਆਉਂਦੀ ਉਸ ਤਰ੍ਹਾਂ ਹੀ ਚੁੱਪਚਾਪ ਚਲੀ ਜਾਂਦੀ। ਮੈਂ ਤਾਂ ਹੁਣ ਇਸ ਗੱਲ ਤੇ ਸੋਚਣਾ ਛੱਡ ਦਿੱਤਾ ਸੀ, ਕਿਉਂਕਿ ਕਮਰੇ ਵਿੱਚ ਮੈਂ ਇਕੱਲੀ ਹੁੰਦੀ ਸੀ ਤਾਂ ਖਿਆਲ ਉਸ ਔਰਤ ਤੇ ਜਾਂਦਾ ਸੀ, ਤੇ ਜਦੋਂ ਵੀ ਧਿਆਨ ਜਾਂਦਾ ਸੀ ਤਾਂ ਮੇਰਾ ਦਿਲ ਨਹੀਂ ਕਰਦਾ ਸੀ ਕਿ ਮੈਂ ਬੇਟਾ ਨਾ ਪੈਦਾ ਹੋਣ ਦੀ ਅਰਦਾਸ ਕਰਾਂ। ਮੈਂ ਦਿਲ ਤੋਂ ਚਾਹੁੰਦੀ ਸੀ ਕਿ ਮੈਨੂੰ ਬੇਟਾ ਪੈਦਾ ਹੋਵੇ, ਇਸ ਤਰ੍ਹਾਂ ਕਮ ਸੇ ਕਮ ਮੈਂ ਜ਼ਿੰਦਾ ਤਾਂ ਰਹਾਂਗੀ। ਮੈਂ ਉਸ ਔਰਤ ਦੇ ਬਾਰੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ, ਤੇ ਇਸ ਤਰ੍ਹਾਂ ਹੀ ਸਮਾਂ ਗੁਜ਼ਰਦਾ ਜਾ ਰਿਹਾ ਸੀ। ਤੇ ਮੇਰੀਆਂ ਉਹ ਦੋਸਤ ਜਿਨ੍ਹਾਂ ਨਾਲ ਮੈਂ ਬਹੁਤ ਵਧੀਆ ਸੰਬੰਧ ਸੀ, ਚੰਗੀਆਂ ਭੈਣਾਂ ਵਰਗਾ ਰਿਸ਼ਤਾ ਸੀ, ਉਹ ਬਹੁਤ ਉਦਾਸ ਹੋ ਰਹੀਆਂ ਸੀ। ਉਹਨਾਂ ਦੀ ਇੱਕ ਹੀ ਕੋਸ਼ਿਸ਼ ਹੁੰਦੀ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਸਮਾਂ ਮੇਰੇ ਨਾਲ ਹੀ ਰਿਹਾ ਜਾਏ। ਸਭ ਤੋਂ ਵੱਡੀ ਗੱਲ ਇਹ ਸੀ ਕਿ ਇਸ ਕੋਠੇ ਦੀ ਮਾਲਕਣ ਵੀ ਉਦਾਸ ਸੀ, ਕਿਉਂਕਿ ਉਸ ਦੇ ਨਾਲ ਵੀ ਮੇਰੀ ਬਹੁਤ ਬਣਦੀ ਸੀ, ਕਿਉਂਕਿ ਮੈਂ ਕਦੇ ਵੀ ਉਸ ਨੂੰ ਤੰਗ ਨਹੀਂ ਕੀਤਾ ਸੀ। ਇਸ ਲਈ ਉਹ ਮੈਨੂੰ ਬਹੁਤ ਪਿਆਰ ਕਰਦੀ ਸੀ, ਪਰ ਉਹ ਵੀ ਜਾਣਦੀ ਸੀ ਕਿ ਮੇਰੇ ਕੋਲ ਸਮਾਂ ਬਹੁਤ ਘੱਟ ਹੈ, ਤੇ ਜਿਵੇਂ ਹੀ ਮੇਰੀ ਡਿਲੀਵਰੀ ਹੋਏਗੀ ਜਾਂ ਤਾਂ ਮੈਨੂੰ ਦੁਨੀਆ ਛੱਡਣੀ ਪਏਗੀ ਜਾਂ ਫਿਰ ਇਹ ਗਲੀਆਂ, ਤੇ ਮੈਂ ਕਦੇ ਨਹੀਂ ਮਿਲ ਸਕਾਂਗੀ। ਪਰ ਗੁਜ਼ਰਦੇ ਵਕਤ ਨੂੰ ਤਾਂ ਕੋਈ ਨਹੀਂ ਰੋਕ ਸਕਦਾ, ਵਕਤ ਦਾ ਕੰਮ ਹੁੰਦਾ ਹੈ ਗੁਜ਼ਰਨਾ, ਤੇ ਇਸ ਤਰ੍ਹਾਂ ਹੀ ਉਹ ਵਕਤ ਗੁਜ਼ਰਦਾ ਜਾ ਰਿਹਾ ਸੀ। ਪਰ ਗੁਜ਼ਰਦਾ ਦਿਨ ਮੈਨੂੰ ਉਹਨਾਂ ਤੋਂ ਦੂਰ ਲੈ ਕੇ ਜਾਂਦਾ ਜਾ ਰਿਹਾ ਸੀ, ਤੇ ਉਹਨਾਂ ਗਲੀਆਂ ਵਿੱਚ ਮੇਰਾ ਬਚਪਨ ਤੇ ਜਵਾਨੀ ਗੁਜ਼ਰੀ ਸੀ, ਤੇ ਇਹਨਾਂ ਗਲੀਆਂ ਦੇ ਇਲਾਵਾ ਮੈਂ ਦੁਨੀਆ ਦੇਖੀ ਹੀ ਨਹੀਂ ਸੀ। ਮੈਨੂੰ ਇਹਨਾਂ ਗਲੀਆਂ ਤੋਂ ਦੂਰ ਜਾਣਾ ਪੈਣਾ ਸੀ। ਹੁਣ ਮੈਨੂੰ ਉਸ ਔਰਤ ਦੀ ਗੱਲ ਕਿਸੇ ਹੱਦ ਤੱਕ ਠੀਕ ਲੱਗਣ ਲੱਗੀ ਕਿ ਜੇ ਮੇਰੇ ਬੇਟਾ ਪੈਦਾ ਹੋਇਆ ਤਾਂ ਮੈਂ ਬੇਟਾ ਲੈ ਕੇ ਕਿੱਥੇ ਜਾਵਾਂਗੀ? ਮੈਂ ਤਾਂ ਇੱਥੇ ਕਿਸੇ ਨੂੰ ਜਾਣਦੀ ਤੱਕ ਨਹੀਂ, ਤੇ ਦੂਜੀ ਗੱਲ ਇਹ ਕਿ ਬੇਟੀ ਹੋਈ ਤਾਂ ਵੀ ਮੈਨੂੰ ਮਰਨਾ ਪਏਗਾ, ਜਦੋਂ ਕਿ ਅੱਗੇ ਖੂਹ ਤੇ ਪਿੱਛੇ ਖਾਈ ਵਾਲਾ ਹਿਸਾਬ ਸੀ। ਤੇ ਇਹੀ ਸੋਚ ਤੇ ਚਿੰਤਾ ਨੇ ਮੈਨੂੰ ਬਹੁਤ ਜ਼ਿਆਦਾ ਬਿਮਾਰ ਕਰ ਦਿੱਤਾ। ਆਖਰਕਾਰ ਉਹ ਵੀ ਸਮਾਂ ਆ ਗਿਆ ਜਦੋਂ ਮੇਰੇ ਭਵਿੱਖ ਦੀ ਜ਼ਿੰਦਗੀ ਦਾ ਫੈਸਲਾ ਹੋਣਾ ਸੀ, ਤੇ ਰੱਬ ਨੇ ਮੈਨੂੰ ਬੇਟਾ ਦਿੱਤਾ। ਬੇਟਾ ਪੈਦਾ ਹੋਣ ਤੇ ਖੁਸ਼ੀ ਮੈਨੂੰ ਇਸ ਲਈ ਸੀ ਕਿ ਹੁਣ ਮੈਂ ਜ਼ਿੰਦਾ ਰਹਾਂਗੀ। ਬੇਟਾ ਵੀ ਬਹੁਤ ਸੋਹਣਾ ਸੀ। ਬੇਟਾ ਪੈਦਾ ਹੋਣ ਦੇ ਬਾਅਦ ਕੋਠੇ ਦੀ ਮਾਲਕਣ ਨੇ ਮੈਨੂੰ ਕਿਹਾ ਕਿ ਤੈਨੂੰ ਇੱਥੋਂ ਜਾਣਾ ਪਏਗਾ, ਤੇ ਇਹ ਗੱਲ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ, ਪਰ ਮੈਂ ਉਸ ਨੂੰ ਬੇਨਤੀ ਕੀਤੀ ਕਿ ਸਿਰਫ ਅੱਜ ਦੀ ਰਾਤ ਮੈਨੂੰ ਇੱਥੇ ਰਹਿਣ ਦੇ, ਕਿਉਂਕਿ ਮੈਂ ਸਾਰਿਆਂ ਨੂੰ ਮਿਲਣਾ ਚਾਹੁੰਦੀ ਹਾਂ,
ਸਾਰਿਆਂ ਦੇ ਨਾਲ ਟਾਈਮ ਪਾਸ ਕਰਨਾ ਚਾਹੁੰਦੀ ਹਾਂ। ਉਹਨਾਂ ਨੇ ਮੇਰੇ 'ਤੇ ਮਿਹਰਬਾਨੀ ਕੀਤੀ ਤੇ ਮੈਨੂੰ ਰਹਿਣ ਦੀ ਇਜਾਜ਼ਤ ਦੇ ਦਿੱਤੀ। ਉਹ ਰਾਤ ਮੇਰੇ ਲਈ ਬਹੁਤ ਅਜੀਬ ਸੀ ਕਿ ਇਸ ਰਾਤ ਸਾਡੇ ਕੋਠੇ ਦਾ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ ਸੀ। ਕਿਸੇ ਮਹਿਮਾਨ ਦਾ ਸਵਾਗਤ ਨਹੀਂ ਕੀਤਾ ਗਿਆ ਸੀ, ਬਲਕਿ ਉਹ ਰਾਤ ਉੱਥੋਂ ਦੀਆਂ ਸਾਰੀਆਂ ਕੁੜੀਆਂ ਨੇ ਮੇਰੇ ਨਾਮ ਕਰ ਦਿੱਤੀ। ਉਸ ਸਾਰੀ ਰਾਤ ਅਸੀਂ ਸਾਰੀਆਂ ਨੇ ਬੈਠ ਕੇ ਗੱਲਾਂ ਕੀਤੀਆਂ ਤੇ ਜਿਵੇਂ ਜਿਵੇਂ ਸਵੇਰ ਨੇੜੇ ਆਉਂਦੀ ਜਾ ਰਹੀ ਸੀ, ਉਵੇਂ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੇਰੀ ਜਾਨ ਨਿਕਲ ਰਹੀ ਹੋਵੇ। ਮੈਨੂੰ ਵੀ ਇੱਥੋਂ ਜਾਣਾ ਪੈਣਾ ਸੀ। ਸਵੇਰੇ ਮੈਂ ਆਪਣਾ ਤੇ ਆਪਣੇ ਬੇਟੇ ਦਾ ਕੁਝ ਸਮਾਨ ਚੁੱਕਿਆ ਤੇ ਉਸ ਕੋਠੇ ਤੋਂ ਬਾਹਰ ਨਿਕਲ ਆਈ। ਇਸ ਤੋਂ ਪਹਿਲਾਂ ਮੈਂ ਜਦੋਂ ਵੀ ਇੱਥੋਂ ਬਾਹਰ ਆਈ ਸੀ ਤਾਂ ਗੱਡੀ ਵਿੱਚ ਹੀ ਗਈ ਸੀ ਤੇ ਬਾਹਰ ਨਿਕਲ ਜਾਣ ਦਾ ਮਤਲਬ ਜਾਂ ਤਾਂ ਕਿਸੇ ਪਾਰਟੀ ਵਿੱਚ ਜਾਣਾ ਹੁੰਦਾ ਸੀ ਜਾਂ ਪਾਰਲਰ ਜਾਣ ਦੇ ਲਈ ਹੁੰਦਾ ਸੀ। ਪਰ ਅੱਜ ਇੱਥੋਂ ਮੈਂ ਇਕੱਲੀ ਬਾਹਰ ਜਾ ਰਹੀ ਸੀ, ਪਰ ਇਹ ਕਦਮ ਤਾਂ ਮੈਨੂੰ ਉਠਾਉਣਾ ਹੀ ਪੈਣਾ ਸੀ। ਬੇਟੇ ਨੂੰ ਲੈ ਕੇ ਮੈਂ ਇਹਨਾਂ ਗਲੀਆਂ ਨੂੰ ਵਾਰ-ਵਾਰ ਪਿੱਛੇ ਮੁੜ ਕੇ ਦੇਖ ਰਹੀ ਸੀ, ਪਰ ਵਾਪਸੀ ਦਾ ਕੋਈ ਰਸਤਾ ਨਹੀਂ ਸੀ ਤੇ ਮੈਨੂੰ ਰਹਿ ਕੇ ਉਹ ਔਰਤ ਯਾਦ ਆ ਰਹੀ ਸੀ ਜਿਸ ਨੇ ਮੈਨੂੰ ਕਿਹਾ ਸੀ ਕਿ ਅਰਦਾਸ ਕਰ ਤੇਰੇ ਬੇਟਾ ਨਾ ਹੋਵੇ। ਉਹ ਸ਼ਾਇਦ ਠੀਕ ਹੀ ਕਹਿ ਰਹੀ ਸੀ ਕਿ ਬੇਟੀ ਹੁੰਦੀ ਤਾਂ ਇੱਕ ਵਾਰ ਵਿੱਚ ਹੀ ਅਸੀਂ ਦੋਨੇ ਮਾਵਾਂ ਧੀਆਂ ਮਰ ਜਾਂਦੀਆਂ, ਪਰ ਹੁਣ ਮੈਨੂੰ ਪਲ-ਪਲ ਮਰਨਾ ਪੈ ਰਿਹਾ ਸੀ ਕਿਉਂਕਿ ਮੈਨੂੰ ਨਹੀਂ ਪਤਾ ਸੀ ਕਿ ਮੈਂ ਕਿੱਥੇ ਜਾਵਾਂਗੀ। ਇੱਕ ਛੋਟੀ ਜਿਹੀ ਨੰਨੀ ਜਿਹੀ ਜਾਨ ਦੀ ਜ਼ਿੰਮੇਵਾਰੀ ਮੇਰੇ 'ਤੇ ਆ ਗਈ ਸੀ ਤੇ ਮੇਰੇ ਸਿਰ 'ਤੇ ਛੱਤ ਤੱਕ ਵੀ ਨਹੀਂ ਸੀ। ਸ਼ਾਇਦ ਉਸ ਔਰਤ ਦੇ ਨਾਲ ਵੀ ਇਹੀ ਹੋਇਆ ਹੋਵੇਗਾ, ਇਸ ਲਈ ਉਹ ਮੈਨੂੰ ਕਹਿ ਰਹੀ ਸੀ ਕਿ ਬੇਟਾ ਨਾ ਹੋਣ ਦੀ ਅਰਦਾਸ ਕਰ, ਪਰ ਜੋ ਹੋਣਾ ਸੀ ਉਹ ਹੋ ਚੁੱਕਿਆ ਸੀ। ਉੱਥੋਂ ਨਿਕਲਣ ਦੇ ਬਾਅਦ ਮੈਂ ਚੱਲਦੀ ਰਹੀ, ਪਰ ਮੇਰੀ ਤਬੀਅਤ ਠੀਕ ਨਹੀਂ ਸੀ ਕਿ ਮੈਂ ਜ਼ਿਆਦਾ ਚੱਲ ਸਕਾਂ, ਇਸ ਲਈ ਸੜਕ 'ਤੇ ਬੈਠ ਗਈ ਕਿਉਂਕਿ ਮੇਰੀ ਮੰਜ਼ਿਲ ਤਾਂ ਕੋਈ ਵੀ ਨਹੀਂ ਸੀ ਕਿ ਮੈਂ ਕਿੱਥੇ ਜਾਵਾਂ। ਥੋੜੀ ਦੇਰ ਬਾਅਦ ਹੀ ਮੇਰੇ ਕੋਲ ਗੱਡੀ ਆ ਕੇ ਰੁਕੀ ਤੇ ਉਸ ਕੋਠ ਵਿੱਚ ਬੈਠੇ ਹੋਏ ਆਦਮੀ ਨੇ ਮੈਨੂੰ ਪੁੱਛਿਆ ਕਿ ਤੁਸੀਂ ਕਿੱਥੇ ਜਾਣਾ ਹੈ, ਤਾਂ ਮੈਂ ਕਿਹਾ ਕਿ ਮੈਂ ਕਿਤੇ ਨਹੀਂ ਜਾਣਾ। ਉਸਨੇ ਕਿਹਾ ਕਿ ਇਹ ਸੜਕ ਬਹੁਤ ਖਤਰਨਾਕ ਹੈ, ਬਿਲਕੁਲ ਸੁੰਨਸਾਨ ਰਹਿੰਦੀ ਹੈ, ਇੱਥੇ ਡਾਕੂਆਂ ਦਾ ਰਾਜ ਹੈ, ਇਸ ਲਈ ਤੂੰ ਇੱਥੋਂ ਮੇਰੇ ਨਾਲ ਚੱਲ, ਜਿੱਥੇ ਕਹੇਂਗੀ ਮੈਂ ਤੈਨੂੰ ਛੱਡ ਦਿਆਂਗਾ। ਮੈਂ ਚੁੱਪਚਾਪ ਉਸ ਦੀ ਗੱਡੀ ਵਿੱਚ ਬੈਠ ਗਈ ਤੇ ਉਸ ਨੂੰ ਕਿਹਾ ਕਿ ਮੈਨੂੰ ਕਿਸੇ ਵੀ ਅਨਾਥ ਆਸ਼ਰਮ ਵਿੱਚ ਛੱਡ ਦਿਓ। ਉਸਨੇ ਮੈਨੂੰ ਇਸ ਗੱਲ 'ਤੇ ਕੁਝ ਵੀ ਨਹੀਂ ਕਿਹਾ। ਮੈਂ ਆਪਣੇ ਬੇਟੇ ਦੇ ਨਾਲ ਬਿਜੀ ਸੀ ਕਿ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਉਹ ਆਦਮੀ ਦੇ ਹੱਥ ਵਿੱਚ ਕੁਝ ਸੀ ਜੋ ਉਸਨੇ ਮੇਰੇ ਨੱਕ 'ਤੇ ਲਗਾਇਆ ਤੇ ਉਸ ਦੇ ਬਾਅਦ ਮੈਨੂੰ ਕੁਝ ਹੋਸ਼ ਨਹੀਂ ਰਿਹਾ ਤੇ ਜਦੋਂ ਮੈਨੂੰ ਹੋਸ਼ ਆਇਆ ਤਾਂ ਮੇਰੀ ਦੁਨੀਆ ਲੁੱਟ ਚੁੱਕੀ ਸੀ ਕਿਉਂਕਿ ਮੇਰਾ ਬੇਟਾ ਮੇਰੇ ਕੋਲ ਨਹੀਂ ਸੀ ਤੇ ਮੈਂ ਇੱਕ ਕੈਦਖਾਨੇ ਵਿੱਚ ਬੰਦ ਸੀ। ਕੈਦਖਾਨਾ ਇਸ ਲਈ ਕਿ ਮੈਂ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲੀ, ਜਿੱਥੇ ਸਿਰਫ ਪੌੜੀਆਂ ਸੀ ਜੋ ਉੱਪਰ ਜਾ ਰਹੀਆਂ ਸੀ ਤੇ ਉਸ ਦੇ ਨਾਲ ਦਰਵਾਜ਼ਾ ਲੱਗਿਆ ਸੀ ਜੋ ਕਿ ਬਾਹਰ ਤੋਂ ਬੰਦ ਹੁੰਦਾ ਸੀ। ਮੈਂ ਦਰਵਾਜ਼ਾ ਖੜਕਾਇਆ ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਆਵਾਜ਼ਾਂ ਦਿੱਤੀਆਂ ਪਰ ਸਭ ਬੇਕਾਰ। ਦੂਜੇ ਬੇਟੇ ਦਾ ਦੁੱਖ ਮੈਨੂੰ ਖਾਏ ਜਾ ਰਿਹਾ ਸੀ। ਮੈਨੂੰ ਆਪਣੀ ਪਰਵਾਹ ਨਹੀਂ ਸੀ ਕਿਉਂਕਿ ਮੈਂ ਕਿਹੜੀ ਇੱਜ਼ਤਦਾਰ ਕੁੜੀ ਸੀ ਜਿਸ ਨੂੰ ਇੱਜ਼ਤ ਲੁੱਟਣ ਦਾ ਡਰ ਹੁੰਦਾ, ਪਰ ਜਿਸ ਦੀ ਵਜ੍ਹਾ ਕਰਕੇ ਮੈਂ ਉਸ ਕੋਠੇ ਤੋਂ ਨਿਕਲੀ ਸੀ ਉਹ ਵਜ੍ਹਾ ਵੀ ਨਹੀਂ ਰਹੀ। ਕੁਝ ਦੇਰ ਬਾਅਦ ਦਰਵਾਜ਼ਾ ਖੁੱਲ੍ਹਿਆ ਤਾਂ ਦਰਵਾਜ਼ੇ 'ਤੇ ਜਿਸ ਨੂੰ ਮੈਂ ਦੇਖਿਆ ਉਸ ਨੂੰ ਦੇਖ ਕੇ ਤਾਂ ਇਸ ਤਰ੍ਹਾਂ ਲੱਗਿਆ ਜਿਵੇਂ ਕਮਰੇ ਦੀ ਛੱਤ ਮੇਰੇ ਸਿਰ 'ਤੇ ਡਿੱਗ ਗਈ ਹੋਵੇ। ਦਰਵਾਜ਼ੇ 'ਤੇ ਉਹੀ ਔਰਤ ਖੜੀ ਸੀ ਜੋ ਮੇਰੇ ਕੋਲ ਰਾਤ ਦੇ ਸਮੇਂ ਆਇਆ ਕਰਦੀ ਸੀ। ਉਸਨੇ ਮੈਨੂੰ ਕਿਹਾ, ਮਨਾ ਕੀਤਾ ਸੀ ਨਾ, ਬੇਟਾ ਪੈਦਾ ਕਰ ਲਿਆ ਨਾ, ਹੁਣ ਭੁਗਤ। ਮੈਂ ਉਸ ਨੂੰ ਕਿਹਾ ਕਿ ਮੈਨੂੰ ਮੇਰਾ ਬੇਟਾ ਦੇ ਦੇ, ਤੂੰ ਜੋ ਕਹੇਂਗੀ ਮੈਂ ਉਹੀ ਕਰਾਂਗੀ, ਮੈਨੂੰ ਮੇਰਾ ਬੇਟਾ ਦੇ ਦੇ। ਉਸਨੇ ਮੈਨੂੰ ਇਸ਼ਾਰਾ ਕੀਤਾ ਤੇ ਮੈਂ ਉਸਦੇ ਪਿੱਛੇ ਹੋ ਗਈ। ਅੱਗੇ ਉਹ ਚੱਲਣ ਲੱਗੀ, ਮੈਂ ਉਸਦੇ ਪਿੱਛੇ ਜਾਣ ਲੱਗੀ। ਕਮਰੇ ਵਿੱਚ ਮੇਰਾ ਬੇਟਾ ਸੁੱਤਾ ਹੋਇਆ ਸੀ। ਉਸਨੇ ਕਿਹਾ ਕਿ ਉਹ ਤੇਰਾ ਬੇਟਾ ਹੈ, ਜਾਂ ਆਪਣੇ ਬੇਟੇ ਨੂੰ ਚੁੱਕ ਲੈ। ਮੈਂ ਤਾਂ ਪਾਗਲਾਂ ਦੀ ਤਰ੍ਹਾਂ ਭੱਜੀ ਹੋਈ ਬੇਟੇ ਦੇ ਕੋਲ ਗਈ, ਉਸ ਨੂੰ ਚੁੱਕ ਕੇ ਚੁੰਮਣ ਲੱਗੀ। ਮੈਂ ਭੁੱਲ ਗਈ ਸੀ ਕਿ ਮੇਰੇ ਪਿੱਛੇ ਉਹੀ ਔਰਤ ਖੜੀ ਹੈ ਤੇ ਮੈਂ ਉਸ ਨੂੰ ਸਵਾਲ ਪੁੱਛਣੇ ਆ,
ਪਰ ਥੋੜ੍ਹੀ ਦੇਰ ਬਾਅਦ ਮੈਨੂੰ ਹੋਸ਼ ਆਇਆ ਤੇ ਮੈਂ ਪਲਟ ਕੇ ਦੇਖਿਆ ਤਾਂ ਉੱਥੇ ਕੋਈ ਵੀ ਨਹੀਂ ਸੀ। ਮੈਂ ਆਪਣੇ ਬੇਟੇ ਨੂੰ ਚੁੱਕ ਕੇ ਬਾਹਰ ਨਿਕਲੀ ਤਾਂ ਉਹ ਇੱਕ ਛੋਟਾ ਜਿਹਾ ਘਰ ਸੀ ਤੇ ਉਸ ਘਰ ਵਿੱਚ ਮੇਰੇ ਇਲਾਵਾ ਕੋਈ ਵੀ ਨਹੀਂ ਸੀ। ਉਹ ਔਰਤ ਕਿਤੇ ਨਹੀਂ ਸੀ। ਘਰ ਦੀਆਂ ਦੀਵਾਰਾਂ ਇੰਨੀਆਂ ਉੱਚੀਆਂ ਸੀ ਕਿ ਉਹਨਾਂ ਨੂੰ ਟੱਪ ਕੇ ਘਰੋਂ ਬਾਹਰ ਮੈਂ ਨਿਕਲ ਨਹੀਂ ਸਕਦੀ ਸੀ। ਮੇਨ ਗੇਟ ਵੀ ਬਹੁਤ ਮਜ਼ਬੂਤ ਸੀ, ਉਹ ਬਾਹਰ ਤੋਂ ਬੰਦ ਹੁੰਦਾ ਸੀ ਤੇ ਘਰ ਛੋਟਾ ਜਿਹਾ ਸੀ। ਇੱਕ ਕਮਰਾ, ਇੱਕ ਰਸੋਈ ਤੇ ਇੱਕ ਬਾਥਰੂਮ ਤੇ ਬਸ ਹੋਰ ਇਸ ਦੇ ਇਲਾਵਾ ਉਸ ਘਰ ਵਿੱਚ ਕੁਝ ਵੀ ਨਹੀਂ ਸੀ। ਮੈਨੂੰ ਹੈਰਾਨੀ ਹੋਈ ਕਿ ਉਹ ਔਰਤ ਕੌਣ ਸੀ ਤੇ ਉਹ ਬੰਦਾ ਮੈਨੂੰ ਇੱਥੇ ਕਿਉਂ ਲਿਆਇਆ। ਉਸ ਔਰਤ ਨੇ ਮੈਨੂੰ ਕਿਉਂ ਕੱਢਿਆ ਤੇ ਫਿਰ ਉਹ ਬੰਦਾ ਕੌਣ ਸੀ ਜਿਸ ਨੇ ਮੈਨੂੰ ਬੇਹੋਸ਼ ਕੀਤਾ ਤੇ ਇੱਥੇ ਲੈ ਕੇ ਆਇਆ। ਪਰ ਸਿਰਫ ਇੱਕ ਗੱਲ ਦੀ ਤਸੱਲੀ ਸੀ ਕਿ ਉਹ ਜੋ ਵੀ ਕੋਈ ਸੀ ਜਿਸ ਨੇ ਮੈਨੂੰ ਅਗਵਾ ਕੀਤਾ ਸੀ, ਉਹ ਕਮ ਸੇ ਕਮ ਸਾਨੂੰ ਦੋਨਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ ਸੀ। ਨਹੀਂ ਤਾਂ ਹੁਣ ਤੱਕ ਉਹ ਜ਼ਰੂਰ ਮੈਨੂੰ ਤੇ ਮੇਰੇ ਬੇਟੇ ਨੂੰ ਮਾਰ ਸਕਦਾ ਸੀ। ਮੇਰਾ ਜਦੋਂ ਥੋੜ੍ਹਾ ਜਿਹਾ ਦਿਮਾਗ ਜਗ੍ਹਾ 'ਤੇ ਆਇਆ ਤਾਂ ਮੈਂ ਸਾਰੇ ਘਰ ਨੂੰ ਦੇਖਿਆ। ਕਮਰੇ ਦੀ ਅਲਮਾਰੀ ਵਿੱਚ ਮੇਰੇ ਬੱਚੇ ਦੀਆਂ ਤੇ ਮੇਰੀਆਂ ਜ਼ਰੂਰਤ ਦੀਆਂ ਤਕਰੀਬਨ ਸਾਰੀਆਂ ਚੀਜ਼ਾਂ ਪਈਆਂ ਹੋਈਆਂ ਸੀ ਤੇ ਰਸੋਈ ਵਿੱਚ ਖਾਣ ਪੀਣ ਦਾ ਸਮਾਨ ਵੀ ਪਿਆ ਹੋਇਆ ਸੀ, ਜਾਣੀ ਕਿ ਮੈਨੂੰ ਕੋਈ ਖਤਰਾ ਨਹੀਂ ਸੀ। ਜੋ ਮੈਂ ਉੱਥੋਂ ਨਿਕਲਦੇ ਹੋਏ ਪਰੇਸ਼ਾਨ ਹੋ ਰਹੀ ਸੀ ਕਿ ਮੈਂ ਕਿੱਥੇ ਜਾਊਂਗੀ ਬੱਚੇ ਨੂੰ ਲੈ ਕੇ, ਮੈਂ ਕਿੱਥੇ ਜਾ ਕੇ ਰਹਾਂਗੀ। ਉਹ ਮਸਲਾ ਤਾਂ ਰੱਬ ਨੇ ਪਹਿਲਾਂ ਹੀ ਹੱਲ ਕਰ ਦਿੱਤਾ, ਪਰ ਮੈਨੂੰ ਇੱਥੇ ਕੌਣ ਲੈ ਕੇ ਆਇਆ ਇਹ ਜਾਣਨਾ ਅਜੇ ਬਾਕੀ ਸੀ। ਮੈਨੂੰ ਇੱਥੇ ਰਹਿੰਦੇ ਹੋਏ 2 ਹਫ਼ਤੇ ਹੋ ਚੁੱਕੇ ਸੀ ਤੇ ਇਹਨਾਂ 2 ਹਫ਼ਤਿਆਂ ਵਿੱਚ ਇਸ ਘਰ ਵਿੱਚ ਕੋਈ ਵੀ ਨਹੀਂ ਆਇਆ ਸੀ। ਸਿਰਫ ਮੈਂ ਤੇ ਮੇਰਾ ਬੇਟਾ, ਅਸੀਂ ਦੋਨੇ ਹੀ ਰਹਿੰਦੇ ਸੀ। ਚੀਜ਼ਾਂ ਦੀ ਮੈਨੂੰ ਕੋਈ ਪਰਵਾਹ ਨਹੀਂ ਸੀ ਕਿਉਂਕਿ ਉੱਥੇ ਜ਼ਰੂਰਤ ਦੀ ਹਰ ਚੀਜ਼ ਮੌਜੂਦ ਸੀ ਤੇ ਰਸੋਈ ਵਿੱਚ ਹਰ ਤਰ੍ਹਾਂ ਦੇ ਖਾਣ ਪੀਣ ਦਾ ਸਮਾਨ ਸੀ। ਪਰ ਇਨਸਾਨ ਇਕੱਲਾ ਰਹਿ ਕੇ ਤੰਗ ਆ ਜਾਂਦਾ ਹੈ। ਮੈਂ ਕਦੋਂ ਤੱਕ ਉੱਥੇ ਇਕੱਲੀ ਰਹਿੰਦੀ। ਮੈਂ ਉੱਥੋਂ ਨਿਕਲਣ ਦੇ ਰਸਤੇ ਲੱਭ ਰਹੀ ਸੀ, ਪਰ ਇਸ ਦੇ ਬਾਵਜੂਦ ਕੈਦੀ ਸੀ। ਗੱਲ ਕਰਨ ਦੇ ਲਈ ਮੇਰੇ ਕੋਲ ਮੇਰਾ ਬੇਟਾ ਸੀ ਜੋ ਕਿ ਮੇਰੀ ਗੱਲ ਦਾ ਜਵਾਬ ਨਹੀਂ ਦੇ ਸਕਦਾ ਸੀ। 1 ਮਹੀਨੇ ਦੇ ਬਾਅਦ ਮੇਰੇ ਕੋਲ ਖਾਣ ਪੀਣ ਦਾ ਸਮਾਨ ਖਤਮ ਹੋਣ ਵਾਲਾ ਸੀ। ਇੱਥੋਂ ਤੱਕ ਕਿ ਬੱਚੇ ਦੇ ਕੱਪੜੇ ਤੇ ਉਸ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਵੀ ਖਤਮ ਹੋ ਰਹੀਆਂ ਸੀ ਕਿ ਅੱਧੀ ਰਾਤ ਨੂੰ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਬਾਹਰ ਦਾ ਦਰਵਾਜ਼ਾ ਖੁੱਲ੍ਹਿਆ ਹੈ। ਮੈਂ ਅਜੇ ਇਹ ਸੋਚ ਹੀ ਰਹੀ ਸੀ ਕਿ ਮੈਂ ਬਾਹਰ ਜਾ ਕੇ ਦੇਖਾਂ ਜਾਂ ਨਾ ਕਿ ਮੇਰੇ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ, ਕਿਉਂਕਿ ਮੈਂ ਹਮੇਸ਼ਾ ਲਾਈਟ ਜਗਾ ਕੇ ਸੌਂਦੀ ਸੀ। ਇਸ ਲਈ ਮੈਂ ਦਰਵਾਜ਼ੇ ਵੱਲ ਦੇਖਿਆ ਤਾਂ ਉੱਥੇ ਉਹੀ ਔਰਤ ਦਰਵਾਜ਼ੇ 'ਤੇ ਖੜੀ ਸੀ। ਉਸ ਨੂੰ ਦੇਖਦੇ ਹੀ ਮੈਂ ਭੱਜ ਕੇ ਉਸ ਵੱਲ ਗਈ ਤੇ ਉਸ ਦੇ ਕੋਲ ਪਹੁੰਚੀ ਤੇ ਉਸ ਨੂੰ ਕਿਹਾ ਕਿ ਅੱਜ ਤੂੰ ਮੇਰੇ ਸਵਾਲ ਦਾ ਜਵਾਬ ਦਿੱਤੇ ਬਗੈਰ ਨਹੀਂ ਜਾ ਸਕਦੀ। ਇੱਥੇ ਚੁੱਪ ਕਰਕੇ ਬੈਠ ਤੇ ਮੈਨੂੰ ਦੱਸ ਕਿ ਇਹ ਕੀ ਹੈ, ਕੌਣ ਹੈ ਤੂੰ ਤੇ ਇੱਥੇ ਮੈਨੂੰ ਕਿਉਂ ਲੈ ਕੇ ਆਈ ਹੈ, ਤੇ ਮੈਨੂੰ ਸਾਰੀਆਂ ਗੱਲਾਂ ਦੱਸ। ਉਸ ਔਰਤ ਨੇ ਕਿਹਾ ਕਿ ਅੱਜ ਮੈਂ ਤੇਰੇ ਸਾਰੇ ਸਵਾਲਾਂ ਦਾ ਜਵਾਬ ਦੇਣ ਹੀ ਆਈ ਹਾਂ। ਸਭ ਤੋਂ ਪਹਿਲਾਂ ਤਾਂ ਇਹ ਸੁਣ ਕਿ ਮੈਂ ਤੇਰੀ ਮਾਂ ਹਾਂ ਤੇ ਮੈਂ ਵੀ ਇੱਕ ਵੇਸਵਾ ਸੀ ਤੇ ਮੇਰੇ ਵੀ ਬੇਟਾ ਪੈਦਾ ਹੋਇਆ ਸੀ, ਜਿਸ ਦੀ ਵਜ੍ਹਾ ਕਰਕੇ ਮੈਨੂੰ ਉਹਨਾਂ ਗਲੀਆਂ ਵਿੱਚੋਂ ਕੱਢ ਦਿੱਤਾ ਗਿਆ ਸੀ। ਪਰ ਇੱਥੋਂ ਨਿਕਲਦੇ ਹੀ ਜਿਸ ਤਰ੍ਹਾਂ ਤੈਨੂੰ ਬੇਹੋਸ਼ ਕਰਕੇ ਇੱਥੇ ਲਿਆਂਦਾ ਗਿਆ ਸੀ, ਉਸ ਤਰ੍ਹਾਂ ਹੀ ਮੈਨੂੰ ਵੀ ਲਿਆਂਦਾ ਗਿਆ ਸੀ ਤੇ ਇਹੋ ਜਿਹੇ ਹੀ ਇੱਕ ਘਰ ਵਿੱਚ ਰੱਖਿਆ ਗਿਆ ਸੀ ਜਿੱਥੇ ਜ਼ਰੂਰਤ ਦੀ ਹਰ ਚੀਜ਼ ਮੌਜੂਦ ਸੀ। ਹਰ ਮਹੀਨੇ ਸਮਾਨ ਆ ਜਾਂਦਾ ਸੀ, ਨਵੇਂ ਕੱਪੜੇ ਆ ਜਾਂਦੇ ਸੀ ਤੇ ਜਦੋਂ ਮੇਰਾ ਬੇਟਾ 1 ਸਾਲ ਦਾ ਹੋਇਆ ਤਾਂ ਮੇਰਾ ਬੇਟਾ ਮੇਰੇ ਤੋਂ ਖੋਹ ਲਿਆ ਗਿਆ ਤੇ ਫਿਰ ਮੈਨੂੰ ਦੁਬਾਰਾ ਵੇਸਵਾ ਬਣਾ ਦਿੱਤਾ ਗਿਆ ਤੇ ਉਹ ਵੀ ਉਸੇ ਘਰ ਦੇ ਵਿੱਚ ਜਿੱਥੇ ਮੈਂ ਕੈਦ ਸੀ, ਜਿੱਥੇ ਮੇਰੀ ਮਰਜ਼ੀ ਨਹੀਂ ਚੱਲਦੀ ਸੀ, ਜਿੱਥੇ ਪਤਾ ਨਹੀਂ ਕੌਣ ਆ ਜਾਂਦਾ ਸੀ। ਤੇ ਫਿਰ ਮੈਂ ਪ੍ਰੈਗਨੈਂਟ ਹੋ ਗਈ ਤਾਂ ਤੂੰ ਪੈਦਾ ਹੋਈ। ਤੇਰੇ ਜਨਮ ਦੇ ਬਾਅਦ ਹੀ ਇਹੀ ਕੀਤਾ ਗਿਆ। 1-2 ਮਹੀਨੇ ਤੱਕ ਕੋਈ ਨਹੀਂ ਆਇਆ, ਪਰ ਇਸ ਦੇ ਬਾਅਦ ਜਦੋਂ ਤੂੰ 2-3 ਸਾਲ ਦੀ ਹੋਈ ਤਾਂ ਤੈਨੂੰ ਵੀ ਮੇਰੇ ਕੋਲੋਂ ਖੋਹ ਲਿਆ ਗਿਆ ਤੇ ਤੈਨੂੰ ਕੋਠੇ 'ਤੇ ਬਿਠਾ ਦਿੱਤਾ ਗਿਆ।
ਪਰ ਬੇਟਾ, ਇਹ ਮੈਨੂੰ ਬਾਅਦ ਵਿੱਚ ਪਤਾ ਚੱਲਿਆ ਕਿ ਹਰ ਕੋਠੇ ਤੇ ਆਉਣ ਜਾਣ ਵਾਲੇ ਦਾ ਹਿਸਾਬ ਰੱਖਿਆ ਜਾਂਦਾ ਹੈ ਤੇ ਉਹਨਾਂ ਦਾ ਬਕਾਇਦਾ DNA ਟੈਸਟ ਕੀਤਾ ਜਾਂਦਾ ਹੈ। ਜੋ ਬੇਟਾ ਪੈਦਾ ਹੁੰਦਾ ਹੈ ਤਾਂ ਉਹਨਾਂ ਦਾ DNA ਟੈਸਟ ਕਰਾਇਆ ਜਾਂਦਾ ਹੈ ਤੇ ਫਿਰ ਜੇ ਤਾਂ ਉਹ ਕਿਸੇ ਅਮੀਰ ਬਾਪ ਦਾ ਬੇਟਾ ਹੋਵੇ ਤਾਂ ਉਸਦੇ ਪਿਓ ਨੂੰ ਬਲੈਕਮੇਲ ਕਰਕੇ ਉਸ ਤੋਂ ਪੈਸੇ ਲੈ ਲਏ ਜਾਂਦੇ ਆ। ਜੇ ਕੋਈ ਗਰੀਬ ਹੁੰਦਾ ਹੈ ਤਾਂ ਉਹਨਾਂ ਦੇ ਮੁੰਡਿਆਂ ਨੂੰ ਜਾਂ ਤਾਂ ਭੀਖ ਮੰਗਣ ਤੇ ਲਗਾ ਦਿੱਤਾ ਜਾਂਦਾ ਹੈ ਜਾਂ ਫਿਰ ਉਹਨਾਂ ਤੋਂ ਮਜ਼ਦੂਰੀ ਕਰਾਈ ਜਾਂਦੀ ਹੈ। ਜਾਨੀ ਹਰ ਤਰ੍ਹਾਂ ਦਾ ਫਾਇਦਾ ਉਠਾਉਣ ਦਾ ਕੰਮ ਹੈ। ਮੈਂ ਕਿਹਾ ਕਿ ਜੇ ਉਹਨਾਂ ਨੇ ਇਹੀ ਸਭ ਕਰਨਾ ਹੁੰਦਾ ਹੈ ਤਾਂ ਇਹ ਡਰਾਮਾ ਕਿਉਂ ਕੀਤਾ ਜਾਂਦਾ ਹੈ ਕਿ ਬੇਟੀ ਪੈਦਾ ਹੋਏਗੀ ਤਾਂ ਮਾਂ ਬੇਟੀ ਨੂੰ ਮਾਰ ਦਿੱਤਾ ਜਾਏਗਾ ਤੇ ਜੇ ਬੇਟਾ ਪੈਦਾ ਹੋਏਗਾ ਤਾਂ ਇੱਥੋਂ ਕੱਢ ਦਿੱਤਾ ਜਾਏਗਾ। ਉਸਨੇ ਕਿਹਾ ਕਿ ਇਹ ਕਾਨੂੰਨ ਜਦੋਂ ਮੈਂ ਨਵੀਂ ਇਸ ਦੁਨੀਆ ਵਿੱਚ ਗਈ ਸੀ ਉਦੋਂ ਬਣਿਆ ਸੀ। ਉੱਥੇ ਇਸ ਤੋਂ ਪਹਿਲਾਂ ਇਹੋ ਜਿਹਾ ਕਾਨੂੰਨ ਨਹੀਂ ਸੀ। ਜਿੱਥੇ ਜਿਸ ਔਰਤ ਦੀ ਬੇਟੀ ਹੁੰਦੀ ਸੀ ਉਸ ਨੂੰ ਵੀ ਉੱਥੇ ਹੀ ਵੇਸਵਾ ਬਣਾ ਦਿੱਤਾ ਜਾਂਦਾ ਸੀ। ਪਰ ਇੱਕ ਪਿਓ ਨੇ ਆਪਣੀ ਸਕੀ ਧੀ ਜੋ ਕਿ ਵੇਸਵਾ ਬਣ ਚੁੱਕੀ ਸੀ ਉਸ ਦੇ ਨਾਲ ਰਾਤ ਗੁਜ਼ਾਰ ਲਈ। ਕਦੇ ਕੋਈ ਭਰਾ ਆਪਣੀ ਭੈਣ ਦੇ ਨਾਲ ਤੇ ਕਦੇ ਬੇਟਾ ਆਪਣੀ ਮਾਂ ਦੇ ਨਾਲ। ਤੇ ਬਾਅਦ ਵਿੱਚ ਇਹ ਕਾਨੂੰਨ ਬਣਾਇਆ ਗਿਆ ਸੀ। ਤੇ ਤੈਨੂੰ ਇੱਕ ਗੱਲ ਦੱਸਾਂ ਕਿ ਅੱਜ ਤੱਕ ਉੱਥੇ ਜਿਨ੍ਹਾਂ ਔਰਤਾਂ ਨੂੰ ਕੈਦ ਕੀਤਾ ਜਾਂਦਾ ਹੈ ਉਹਨਾਂ ਵਿੱਚੋਂ ਕਿਸੇ ਦੀ ਬੇਟੀ ਪੈਦਾ ਨਹੀਂ ਹੋਈ। ਸਭ ਦੇ ਬੇਟੇ ਹੀ ਪੈਦਾ ਹੁੰਦੇ ਆ ਤੇ ਉਹਨਾਂ ਨੂੰ ਜਦੋਂ ਉੱਥੋਂ ਕੱਢ ਦਿੱਤਾ ਜਾਂਦਾ ਹੈ ਤਾਂ ਇਸ ਦੇ ਬਾਅਦ ਉਹਨਾਂ ਦੇ ਨਾਲ ਇਹੀ ਹੁੰਦਾ ਹੈ ਜੋ ਤੇਰੇ ਨਾਲ ਹੋਇਆ ਹੈ, ਜੋ ਮੇਰੇ ਨਾਲ ਹੋਇਆ ਹੈ। ਪਰ ਮੇਰੀ ਮਾਂ ਨੇ ਮੈਨੂੰ ਕਿਹਾ ਕਿ ਤੇਰੇ ਨਾਲ ਉਹ ਨਹੀਂ ਹੋਏਗਾ ਜੋ ਮੇਰੇ ਨਾਲ ਹੋਇਆ। ਕਿਉਂਕਿ ਮੈਂ ਬਜ਼ੁਰਗ ਹੋ ਗਈ ਹਾਂ ਇਸ ਲਈ ਮੈਨੂੰ ਆਉਣ ਜਾਣ ਦੀ ਹਰ ਜਗ੍ਹਾ ਆਜ਼ਾਦੀ ਹੈ। ਮੈਂ ਤੈਨੂੰ ਇੱਥੋਂ ਕੱਢ ਕੇ ਇੱਕ ਬਸਤੀ ਵਿੱਚ ਪਹੁੰਚਾ ਦਿਆਂਗੀ ਜਿੱਥੇ ਤੈਨੂੰ ਖੁਦ ਦੇ ਲਈ ਆਪਣਾ ਕੰਮ ਲੱਭਣਾ ਪਏਗਾ ਤੇ ਆਪਣੇ ਬੇਟੇ ਦੀ ਪਰਵਰਿਸ਼ ਕਰਨੀ ਪਏਗੀ। ਮੈਨੂੰ ਇਹ ਗੱਲ ਮਨਜ਼ੂਰ ਸੀ, ਇਸ ਲਈ ਮਾਂ ਦੀ ਮਦਦ ਨਾਲ ਮੈਂ ਉੱਥੋਂ ਭੱਜ ਗਈ ਤੇ ਗਰੀਬਾਂ ਦੀ ਬਸਤੀ ਵਿੱਚ ਗਰੀਬ ਔਰਤ ਬਣ ਕੇ ਰਹਿਣ ਲੱਗੀ। ਮੈਂ ਜਿਸ ਦੇ ਕਦੇ ਹੁਸਨ ਦੇ ਚਰਚੇ ਹੁੰਦੇ ਸੀ ਹੁਣ ਲੋਕਾਂ ਦੇ ਘਰਾਂ ਵਿੱਚ ਮੈਂ ਕੰਮ ਕਰਦੀ ਸੀ ਤੇ ਬੇਟੇ ਨੂੰ ਪਾਲਦੀ ਸੀ। ਕਿਉਂਕਿ ਨਾ ਹੀ ਮੈਂ ਕੋਈ ਵੇਸਵਾ ਨੂੰ ਜਨਮ ਦੇਣਾ ਚਾਹੁੰਦੀ ਸੀ ਤੇ ਨਾ ਹੀ ਆਪਣੇ ਬੇਟੇ ਨੂੰ ਭੀਖ ਮੰਗਣ ਲਈ ਮਜਬੂਰ ਕਰਨਾ ਚਾਹੁੰਦੀ ਸੀ। ਤਾਂ ਦੋਸਤੋ, ਇਹ ਸੀ ਆਪਣੀ ਅੱਜ ਦੀ ਕਹਾਣੀ। ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ। ਮਿਲਦੇ ਹਾਂ ਜੀ ਕਿਸੇ ਇੱਦਾਂ ਦੀ ਹੋਰ ਕਹਾਣੀ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਧੰਨਵਾਦ।